ਮੇਰੇ ਪਤੀ ਕਤਰ ਤੋਂ ਆਏ ਹੋਏ ਕਈ ਮਹੀਨੇ ਹੋ ਗਏ ਸੀ। ਉਸ ਦੇ ਅਟੈਚੀ ਵਿੱਚੋਂ ਕੁਝ ਅਜਿਹਾ ਸਮਾਨ ਸੀ ਜੋ ਮੈਂ ਅਜੇ ਤੱਕ ਖੋਲ੍ਹ ਕੇ ਨਹੀਂ ਦੇਖਿਆ ਸੀ। ਇੱਕ ਦਿਨ ਉਹਨਾਂ ਨੇ ਆਪਣਾ ਸਾਰਾ ਸਮਾਨ ਖੋਲ੍ਹ ਕੇ ਅਲਮਾਰੀ ਵਿੱਚ ਸੈੱਟ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਕੁਝ ਚੀਜ਼ਾਂ ਆਪਣੀਆਂ ਭੈਣਾਂ ਨੂੰ ਦੇ ਦਿੱਤੀਆਂ, ਬਾਕੀ ਬਚਦੀਆਂ ਉਹਨਾਂ ਦੇ ਬੱਚਿਆਂ ਨੂੰ ਦੇ ਦਿੱਤੀਆਂ। ਇੱਕ ਦਿਨ ਮੈਂ ਬੈਠੀ ਸੋਚ ਰਹੀ ਸੀ ਕਿ ਅਨੂਪ ਮੇਰੇ ਲਈ ਕੁਝ ਨਹੀਂ ਲੈ ਕੇ ਆਏ। ਨਾ ਜਾਣੇ ਇੱਕ ਦਿਨ ਮੈਂ ਉਹਨਾਂ ਦੇ ਸਮਾਨ ਦੀ ਤਲਾਸ਼ੀ ਲੈਣ ਲੱਗੀ। ਮੈਨੂੰ ਉਸ ਦੀਆਂ ਦਵਾਈਆਂ ਵਾਲੇ ਡੱਬੇ 'ਚੋਂ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ। ਉਸ ਡੱਬੇ ਦੇ ਉੱਪਰ ਇੱਕ ਲੜਕੀ ਦੀ ਫੋਟੋ ਬਣੀ ਹੋਈ ਸੀ। ਫੋਟੋ ਤੋਂ ਸਾਫ਼ ਪਤਾ ਲੱਗਦਾ ਸੀ ਕਿ ਇਹ ਔਰਤਾਂ ਦੀ ਦਵਾਈ ਆ, ਮਰਦਾਂ ਦੇ ਲਈ ਨਹੀਂ। ਮੈਂ ਉਹ ਡੱਬਾ ਆਪਣੀ ਸੱਸ ਮਾਂ ਨੂੰ ਦਿਖਾਇਆ ਤਾਂ ਸੱਸ ਕਹਿੰਦੀ, ਇਹ ਦਵਾਈ ਸ਼ਾਇਦ ਖੂਬਸੂਰਤੀ ਵਧਾਉਣ ਲਈ ਹੋਵੇਗੀ, ਤੂੰ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਲਗਾ ਕੇ ਦੇਖ। ਮੰਮੀ ਜੀ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਕਿ ਸ਼ਾਇਦ ਅਨੂਪ ਮੇਰੇ ਲਈ ਵੀ ਕੁਝ ਲਿਆਏ ਆ। ਸ਼ਾਇਦ ਇਸ ਦਵਾਈ ਨਾਲ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਬਦਲਾਅ ਆ ਜਾਵੇਗਾ। ਸ਼ਾਮ ਨੂੰ ਮੈਂ ਇਹ ਗੱਲ ਭੁੱਲ ਗਈ। ਅਗਲੇ ਦਿਨ ਮੇਰੇ ਪਤੀ ਦੇ ਘਰ ਜਾਣ ਤੋਂ ਬਾਅਦ ਮੈਂ ਫਿਰ ਉਹੀ ਡੱਬਾ ਦੇਖਿਆ। ਡੱਬੇ ਵਿੱਚ ਦਵਾਈ ਘੱਟ ਸੀ। ਮੈਂ ਉਹ ਡੱਬਾ ਚੁੱਕ ਕੇ ਫਿਰ ਉੱਥੇ ਹੀ ਰੱਖ ਦਿੱਤਾ। ਪਰ ਜਦੋਂ ਇਨਸਾਨ ਦੇ ਦਿਲ ਵਿੱਚ ਕੋਈ ਪਰੇਸ਼ਾਨੀ ਹੁੰਦੀ ਆ ਤਾਂ ਉਹ ਕਿਸੇ ਨਾ ਕਿਸੇ ਨੂੰ ਜ਼ਰੂਰ ਦੱਸਦਾ। ਸਾਡੇ ਘਰ ਵੀ ਇੱਕ ਕੰਮ ਵਾਲੀ ਆਉਂਦੀ ਸੀ ਜਿਸ ਦਾ ਨਾਂ ਕਵਿਤਾ ਸੀ। ਬੁੱਢੀ ਨਹੀਂ ਸੀ, ਨਾ ਹੀ ਅਨਪੜ੍ਹ ਸੀ, ਬਲਕਿ ਜਵਾਨ ਤੇ ਪੜ੍ਹੀ ਲਿਖੀ ਸੀ। ਉਸ ਨਾਲ ਗੱਲ ਕਰਕੇ ਵਧੀਆ ਲੱਗਦਾ ਸੀ। ਉਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਸੀ। ਇਸ ਦੀ ਵਜ੍ਹਾ ਕਰਕੇ ਉਹ ਕਾਫੀ ਸਮਝਦਾਰ ਸੀ। ਹੋਰ ਵੀ ਵੱਡੇ ਵੱਡੇ ਘਰਾਂ ਵਿੱਚ ਕੰਮ ਕਰਦੀ ਸੀ ਤੇ ਵੱਡੇ ਵੱਡੇ ਲੋਕਾਂ ਨੂੰ ਜਾਣਦੀ ਸੀ। ਮੈਨੂੰ ਵੀ ਉਸ ਤੋਂ ਕਾਫੀ ਜਾਣਕਾਰੀ ਮਿਲ ਜਾਂਦੀ ਸੀ। ਇੱਕ ਦਿਨ ਕਵਿਤਾ ਕੰਮ ਤੇ ਆਈ ਤਾਂ ਮੈਂ ਆਪਣੀ ਆਪ ਬੀਤੀ ਉਸ ਨੂੰ ਦੱਸਣ ਲੱਗੀ। ਮੇਰਾ ਪਤੀ ਕਤਰ ਤੋਂ ਆਇਆ ਤੇ ਮੇਰੇ ਲਈ ਕੁਝ ਨਹੀਂ ਲਿਆਇਆ। ਇਸ ਦੀ ਕੀ ਵਜ੍ਹਾ ਹੋ ਸਕਦੀ ਆ? ਮੈਂ ਹਮੇਸ਼ਾ ਦੀ ਤਰ੍ਹਾਂ ਕਵਿਤਾ ਤੋਂ ਰਾਏ ਮੰਗੀ। ਉਸ ਨੇ ਵੀ ਆਪਣੀ ਰਾਏ ਅਨੁਸਾਰ ਮੈਨੂੰ ਦੱਸਿਆ ਕਿ ਮੈਨੂੰ ਲੱਗਦਾ ਕਿ ਇਹ ਦਵਾਈ ਸਾਹਿਬ ਕਿਸੇ ਦੂਜੀ ਔਰਤ ਲਈ ਲੈ ਕੇ ਆਏ ਹੋਣਗੇ। ਜਦੋਂ ਇਹ ਦਵਾਈ ਔਰਤਾਂ ਲਈ ਆ ਤਾਂ ਤੁਹਾਨੂੰ ਵੀ ਨਹੀਂ ਦਿੱਤੀ ਤੇ ਮੰਮੀ ਜੀ ਨੂੰ ਵੀ ਨਹੀਂ ਦਿੱਤੀ। ਯਕੀਨਨ ਇਹ ਦਵਾਈ ਕਿਸੇ ਦੂਜੀ ਔਰਤ ਦੀ ਹੋ ਸਕਦੀ ਆ। ਹੋ ਸਕਦਾ ਸਾਹਿਬ ਦੀ ਦੂਜੀ ਪਤਨੀ ਹੋਵੇ। ਕਵਿਤਾ ਨੇ ਤਾਂ ਮੇਰਾ ਦਿਮਾਗ ਹਿਲਾ ਕੇ ਰੱਖ ਦਿੱਤਾ। ਮੈਂ ਕਿਹਾ, ਲੈ ਦੱਸੋ, ਬਿਨਾਂ ਪੁੱਛੇ ਮੈਥੋਂ ਵਿਆਹ ਕਿਵੇਂ ਕਰ ਲੈਣਗੇ? ਅੱਗੇ ਥੋੜੀਆਂ ਸਮੱਸਿਆਵਾਂ ਸਾਡੇ ਘਰੇ, ਰੋਟੀ ਤਾਂ ਸਾਡੇ ਪਰਿਵਾਰ ਨੂੰ ਮਸਾਂ ਪੂਰੀ ਨਹੀਂ ਜੁੜਦੀ। ਮੈਂ ਉਸ 'ਤੇ ਨਾਰਾਜ਼ ਹੋ ਕੇ ਬੋਲੀ। ਉਸ ਨੇ ਕਿਹਾ ਕਿ ਦੀਦੀ, ਇਹੀ ਤਾਂ ਸੋਚਣ ਵਾਲੀ ਗੱਲ ਆ। ਕਤਰ ਤੋਂ ਆਏ ਆ, ਇੰਨਾ ਪੈਸਾ ਕਿੱਧਰ ਗਿਆ? ਘਰ ਦੀਆਂ ਸਮੱਸਿਆਵਾਂ ਵੀ ਨਹੀਂ ਖਤਮ ਹੋਈਆਂ ਤੇ ਪੈਸੇ ਤੁਹਾਨੂੰ ਵੀ ਨਹੀਂ ਦਿੱਤੇ। ਉਹ ਪੈਸੇ ਕਿਤੇ ਤਾਂ ਖਰਚ ਕੀਤੇ ਹੋਣਗੇ। ਕਵਿਤਾ ਦੀਆਂ ਗੱਲਾਂ ਸੁਣ ਕੇ ਮੈਂ ਵੀ ਸੋਚਾਂ 'ਚ ਪੈ ਗਈ ਕਿ ਹੋ ਸਕਦਾ ਮੇਰੀ ਜਗ੍ਹਾ ਕਿਸੇ ਹੋਰ ਨੇ ਲੈ ਲਈ ਹੋਵੇ। ਪਰ ਇੰਨੀ ਜਲਦੀ ਮੈਂ ਆਪਣੇ ਪਤੀ 'ਤੇ ਸ਼ੱਕ ਨਹੀਂ ਕਰ ਸਕਦੀ ਸੀ ਕਿਉਂਕਿ ਸਾਡੇ ਵਿੱਚ ਅੰਡਰਸਟੈਂਡਿੰਗ ਬਹੁਤ ਸੀ। ਫਿਰ ਮੈਂ ਕਵਿਤਾ ਨੂੰ ਕਿਹਾ, ਇਹ ਗੱਲਾਂ ਕਰਨ ਨਾਲੋਂ ਚੰਗਾ ਕਿ ਤੂੰ ਇਹ ਦਵਾਈ ਕਿਸੇ ਨਰਸ ਨੂੰ ਦਿਖਾ ਦੇ, ਉਸ ਤੋਂ ਪਤਾ ਕਰ ਕਿ ਇਹ ਦਵਾਈ ਕਿਸ ਚੀਜ਼ ਲਈ ਆ। ਕਵਿਤਾ ਦਵਾਈ ਲੈ ਕੇ ਨਰਸ ਕੋਲ ਪਹੁੰਚ ਗਈ। ਜਦੋਂ ਵਾਪਸ ਆਈ ਤਾਂ ਉਸ ਦਾ ਚਿਹਰਾ ਥੋੜਾ ਬੁਝਿਆ ਹੋਇਆ ਸੀ। ਮੈਂ ਡਰਦੀ ਡਰਦੀ ਨੇ ਪੁੱਛਿਆ, ਕਵਿਤਾ ਸਭ ਠੀਕ ਤਾਂ ਹੈ? ਹਾਂ ਦੀਦੀ, ਠੀਕ ਤਾਂ ਹੈ, ਲੇਕਿਨ ਉਸ ਨਰਸ ਨੇ ਜੋ ਦੱਸਿਆ ਉਹ ਸੁਣ ਕੇ ਪਰੇਸ਼ਾਨ ਹੋ ਗਈ। ਦੀਦੀ, ਨਰਸ ਨੇ ਕਿਹਾ, ਇਹ ਦਵਾਈ ਬਾਹਰ ਦੀਆਂ ਔਰਤਾਂ ਇਸਤੇਮਾਲ ਕਰਦੀਆਂ। ਇਸ ਨਾਲ ਖੁਸ਼ਬੂ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ। ਕੋਈ ਵੀ ਔਰਤ ਇਸ ਨੂੰ ਇਸਤੇਮਾਲ ਕਰੇ ਤਾਂ ਆਪਣੇ ਪਤੀ ਨੂੰ। ਕਵਿਤਾ ਦੀਆਂ ਗੱਲਾਂ ਸੁਣ ਕੇ ਮੇਰਾ ਰਹਿੰਦਾ ਹੌਸਲਾ ਵੀ ਢਹਿ ਗਿਆ। ਪਰ ਇਸ ਗੱਲ 'ਤੇ ਸੋਚਣਾ ਫਿਲਹਾਲ ਬੇਕਾਰ ਸੀ ਕਿਉਂਕਿ ਸਾਡੇ ਘਰ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਮੈਂ ਆਪਣੇ ਪਤੀ ਨਾਲ ਲੜਾਈ ਝਗੜਾ ਕਰਕੇ ਇਹਨਾਂ ਗੱਲਾਂ ਆਪਣੇ ਸਿਰ 'ਤੇ ਸਵਾਰ ਕਰਦੀ। ਮੈਂ ਇਹ ਗੱਲਾਂ ਆਪਣੇ ਦਿਲ ਵਿੱਚ ਹੀ ਦਬਾ ਲਈਆਂ। ਪਰ ਸ਼ੱਕ ਇੱਕ ਵਾਰ ਇਨਸਾਨ ਦੇ ਦਿਮਾਗ ਵਿੱਚ ਘਰ ਕਰ ਜਾਵੇ ਤਾਂ ਫਿਰ ਕੱਢਣਾ ਮੁਸ਼ਕਲ ਹੋ ਜਾਂਦਾ। ਹੁਣ ਹਮੇਸ਼ਾ ਮੇਰੇ ਪਤੀ 'ਤੇ ਮੈਨੂੰ ਸ਼ੱਕ ਰਹਿੰਦਾ ਸੀ ਤੇ ਮੇਰਾ ਚੈਨ ਸਕੂਨ ਸਭ ਲੁੱਟ ਗਿਆ ਸੀ। ਮੈਂ ਹਰ ਸਮੇਂ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੀ ਰਹਿੰਦੀ, ਬਾਰ-ਬਾਰ ਗੱਲਾਂ-ਗੱਲਾਂ ਵਿੱਚ ਪੁੱਛਣ ਦੀ ਕੋਸ਼ਿਸ਼ ਕਰਦੀ ਤੇ ਕਿਤੇ ਉਹਨਾਂ ਨੂੰ ਦੂਜੇ ਵਿਆਹ ਦਾ ਇਰਾਦਾ ਤਾਂ ਨਹੀਂ। ਉਹ ਮੇਰੀਆਂ ਇਹ ਗੱਲਾਂ ਤੋਂ ਅੱਕ ਵੀ ਜਾਂਦੇ। ਇੱਕ ਦਿਨ ਮੈਂ ਕਵਿਤਾ ਨੂੰ ਕੰਮ ਤੇ ਲਾਇਆ ਕਿ ਤੂੰ ਪਤਾ ਕਰ ਕਿ ਇਹ ਆਫਿਸ ਵਿੱਚ ਕਿਸ ਨੂੰ ਮਿਲਦੇ ਆ ਤੇ ਕਿੱਥੇ-ਕਿੱਥੇ ਜਾਂਦੇ ਆ। ਘਰ ਦੇ ਕੰਮ ਮੈਂ ਆਪ ਕਰ ਲੈਂਦੀ ਆ। ਸ਼ਾਮ ਦੇ 3-4 ਵਜੇ ਕਵਿਤਾ ਘਰ ਆਈ ਤਾਂ ਉਸ ਦਾ ਚਿਹਰਾ ਉਤਰਿਆ ਹੋਇਆ ਸੀ। ਕਵਿਤਾ ਨੂੰ ਦੇਖਦੇ ਹੀ ਮੇਰੇ ਦਿਲ ਵਿੱਚ ਖਤਰੇ ਵਾਲੀ ਘੰਟੀ ਵੱਜੀ। ਮੇਰੇ ਪੁੱਛਣ 'ਤੇ ਕਵਿਤਾ ਨੇ ਦਿਲ ਹਿਲਾ ਦੇਣ ਵਾਲੀ ਖਬਰ ਸੁਣਾਈ। ਉਸ ਨੇ ਕਿਹਾ, ਮੈਂ ਅਨੂਪ ਸਰ ਦਾ ਸਵੇਰੇ ਪਿੱਛਾ ਕੀਤਾ। ਉਸ ਤੋਂ ਪਹਿਲਾਂ ਮੈਂ ਇੱਕ ਬੰਗਲੇ ਵਿੱਚ ਵੀ ਜਾਣਾ ਸੀ। ਪਰ ਹੈਰਾਨੀ ਮੈਨੂੰ ਉਸ ਵਕਤ ਹੋਈ ਜਦੋਂ ਅਨੂਪ ਸਰ ਉਸ ਬੰਗਲੇ ਵਿੱਚ ਆਏ ਹੋਏ ਸੀ। ਉਸ ਬੰਗਲੇ ਵਿੱਚ ਮੇਰੀ ਜਾਣਕਾਰੀ ਦੇ ਮੁਤਾਬਕ ਅਯਾਸ਼ ਲੋਕ ਆਉਂਦੇ ਆ। ਉਹਨਾਂ ਦੀਆਂ ਗੱਲਾਂ ਤੇ ਮਹਿਫਲਾਂ ਬੜੀਆਂ ਰੰਗੀਨ ਹੁੰਦੀਆਂ। ਉਸ ਮਹਿਲ 'ਚ ਹਜ਼ਾਰਾਂ ਰੁਪਏ ਇੱਕ ਰਾਤ ਦੇ ਖਰਚ ਕੀਤੇ ਜਾਂਦੇ ਆ। ਅੱਗੇ ਤਾਂ ਤੁਸੀਂ ਸਮਝਦਾਰ ਹੋ ਕਿ ਕਿਸ ਤਰ੍ਹਾਂ ਦੇ ਲੋਕ ਆਉਂਦੇ ਹੋਣਗੇ। ਮੈਂ ਜਾਣਦੀ ਹਾਂ ਤੁਹਾਨੂੰ ਇਹ ਜਾਣ ਕੇ ਵਧੀਆ ਨਹੀਂ ਲੱਗਦਾ ਹੋਣਾ, ਪਰ ਸੱਚ 'ਤੇ ਜਿੰਨੀ ਜਲਦੀ ਯਕੀਨ ਕਰ ਲਿਆ ਜਾਵੇ ਓਨਾ ਹੀ ਵਧੀਆ ਹੁੰਦਾ।
ਕਵਿਤਾ ਦੀਆਂ ਗੱਲਾਂ ਨੇ ਮੈਨੂੰ ਤੋੜ ਕੇ ਰੱਖ ਦਿੱਤਾ। ਹੁਣ ਮੈਂ ਉਦਾਸ ਅਤੇ ਚੁੱਪਚਾਪ ਰਹਿਣ ਲੱਗੀ। ਮੇਰਾ ਪਤੀ ਰਾਤ ਨੂੰ ਵਾਪਸ ਆਉਂਦਾ, ਕਦੇ-ਕਦੇ ਉਹਨਾਂ ਨੂੰ ਸੁਬਾਹ ਹੋ ਜਾਂਦੀ। ਮੈਂ ਸੋਚਦੀ ਕਿ ਹੁਣ ਮੇਰੀ ਜ਼ਿੰਦਗੀ ਵਿੱਚ ਅਜਿਹਾ ਕੁਝ ਨਹੀਂ ਰਿਹਾ। ਹੁਣ ਜਦੋਂ ਵੀ ਮੈਂ ਕੋਈ ਸ਼ਿਕਵਾ ਸ਼ਿਕਾਇਤ ਕਰਦੀ ਤਾਂ ਅਨੂਪ ਗੱਲ ਨੂੰ ਗੋਲ ਮਟੋਲ ਕਰਕੇ ਮੇਰੇ ਹੀ ਮੂੰਹ ਤੇ ਦੋ ਮਾਰਦੇ ਤੇ ਕਹਿੰਦੇ ਤੂੰ ਮੇਰੇ ਉੱਤੇ ਸ਼ੱਕ ਕਰਦੀ ਆਂ। ਪਰ ਪਤੀ ਕਿੰਨਾ ਵੀ ਬੇਵਫਾ ਹੋਵੇ, ਔਰਤ ਦੇ ਦਿਲ ਵਿੱਚ ਉਸ ਦੇ ਲਈ ਮੁਹੱਬਤ ਘੱਟ ਨਹੀਂ ਹੁੰਦੀ। ਇੱਕ ਦਿਨ ਸਵੇਰੇ 4 ਵਜੇ ਅਨੂਪ ਦਾ ਇੰਤਜ਼ਾਰ ਕਰਦੇ ਮੇਰੀਆਂ ਅੱਖਾਂ ਥੱਕ ਗਈਆਂ। ਉਦੋਂ ਹੀ ਮੇਰੇ ਫੋਨ ਤੇ ਘੰਟੀ ਵੱਜੀ ਤਾਂ ਮੈਂ ਜਲਦੀ ਨਾਲ ਫੋਨ ਚੁੱਕਿਆ ਤੇ ਇੱਕ ਆਦਮੀ ਦੀ ਆਵਾਜ਼ ਵਿੱਚ ਮੈਨੂੰ ਪੁੱਛਿਆ ਕਿ ਤੁਸੀਂ ਅਨੂਪ ਸਾਹਿਬ ਦੀ ਪਤਨੀ ਹੋ? ਜੀ ਹਾਂ, ਮੈਂ ਬੋਲ ਰਹੀ ਹਾਂ। ਕੀ ਗੱਲ ਹੋਈ, ਸਭ ਠੀਕ ਤਾਂ ਹੈ? ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੇ ਪਤੀ ਦਾ ਐਕਸੀਡੈਂਟ ਹੋ ਗਿਆ। ਇਸ ਹਸਪਤਾਲ ਵਿੱਚ ਆ ਜਾਓ, ਵਰਨਾ ਦੇਰ ਹੋ ਜਾਵੇਗੀ। ਥੋੜੇ ਪੈਸਿਆਂ ਦਾ ਬੰਦੋਬਸਤ ਕਰਕੇ ਆਇਓ। ਘਰ ਵਿੱਚ 5000 ਰੁਪਏ ਹੀ ਸੀ। ਮੈਂ ਉਹ ਲੈ ਕੇ ਉੱਥੇ ਜਾ ਕੇ ਦੇਖਿਆ, ਮੇਰੇ ਪਤੀ ਪੱਟੀਆਂ ਨਾਲ ਬੰਨੇ ਪਏ ਸੀ। ਮੈਂ ਉਹਨਾਂ ਨੂੰ ਪੁੱਛਿਆ ਇਹ ਤੁਹਾਨੂੰ ਕਿੱਥੋਂ ਮਿਲੇ? ਤਾਂ ਉਹਨਾਂ ਨੇ ਦੱਸਿਆ ਕਿ ਸੜਕ ਉੱਪਰ ਭੱਜੇ ਜਾ ਰਹੇ ਸੀ। ਇਹਨਾਂ ਨੂੰ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ ਤੇ ਇਹ ਜ਼ਖਮੀ ਹੋ ਕੇ ਡਿੱਗ ਪਏ। ਉਸ ਆਦਮੀ ਨੇ ਮੈਨੂੰ ਇੱਕ ਥੈਲਾ ਫੜਾਇਆ ਅਤੇ ਕਿਹਾ ਇਹ ਤੁਹਾਡੀ ਅਮਾਨਤ। ਜਦੋਂ ਮੈਂ ਉਹ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਔਰਤਾਂ ਦੇ ਕੱਪੜੇ ਸੀ ਅਤੇ ਉਹੀ ਖੁਸ਼ਬੂ ਆ ਰਹੀ ਸੀ। ਉਸ ਵਕਤ ਮੇਰਾ ਦਿਲ ਅਜੀਬ ਤਰ੍ਹਾਂ ਨਾਲ ਧੜਕ ਰਿਹਾ ਸੀ, ਪਰ ਮੇਰਾ ਪਤੀ ਸੀਰੀਅਸ ਕੰਡੀਸ਼ਨ ਵਿੱਚ ਸੀ। ਉਸ ਟਾਈਮ ਮੇਰਾ ਕੁਝ ਕਹਿਣਾ ਵੀ ਨਹੀਂ ਬਣਦਾ ਸੀ। ਮੈਂ ਉਹ ਥੈਲਾ ਇੱਕ ਸਾਈਡ ਤੇ ਰੱਖ ਦਿੱਤਾ ਅਤੇ ਆਪਣੇ ਪਤੀ ਨੂੰ ਠੀਕ ਹੋਣ ਲਈ ਰੱਬ ਅੱਗੇ ਪ੍ਰਾਰਥਨਾ ਕਰਨ ਲੱਗੀ। ਥੋੜ੍ਹੀ ਦੇਰ ਬਾਅਦ ਡਾਕਟਰ ਨੇ ਦੱਸਿਆ ਇਹਨਾਂ ਦੀ ਹਾਲਤ ਠੀਕ ਆ, ਪਰ ਇਹਨਾਂ ਕੋਲ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਕਰਨੀ। ਮੈਂ ਅਨੂਪ ਕੋਲ ਗਈ ਤਾਂ ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ। ਮੈਂ ਉਸ ਨੂੰ ਦਿਲਾਸਾ ਦਿੱਤਾ ਕਿ ਮੈਂ ਤੇਰੇ ਨਾਲ ਆ, ਤੂੰ ਪਰੇਸ਼ਾਨ ਨਾ ਹੋ। ਪਰ ਅਨੂਪ ਵਾਰ-ਵਾਰ ਇਸ਼ਾਰਿਆਂ ਨਾਲ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਜਦੋਂ ਮੈਂ ਡਾਕਟਰ ਨੂੰ ਦੱਸਿਆ ਤਾਂ ਡਾਕਟਰ ਨੇ ਕਿਹਾ ਤੁਸੀਂ ਇਹਨਾਂ ਕੋਲੇ ਕੋਈ ਵੀ ਗੱਲ ਨਹੀਂ ਕਰਨੀ। ਮੈਂ ਚੁੱਪਚਾਪ ਦਿਨ ਰਾਤ ਇੱਕ ਕਰਕੇ ਆਪਣੀ ਪਤੀ ਦੀ ਸੇਵਾ ਕੀਤੀ, ਆਪਣੇ ਗਹਿਣੇ ਵੀ ਵੇਚ ਦਿੱਤੇ ਕਿਉਂਕਿ 25 ਲੱਖ ਰੁਪਈਆ ਅਨੂਪ ਦੀ ਬਿਮਾਰੀ ਵਿੱਚ ਚਲਾ ਗਿਆ ਸੀ। ਜਦੋਂ ਦੇ ਅਨੂਪ ਹਸਪਤਾਲ ਵਿੱਚ ਆਏ ਸੀ ਉਦੋਂ ਦੀ ਉਹਨਾਂ ਨੇ ਚੁੱਪੀ ਸਾਧ ਲਈ ਸੀ। ਅਜਿਹਾ ਲੱਗਦਾ ਸੀ ਜਿਵੇਂ ਕੋਈ ਗਹਿਰੇ ਸਦਮੇ ਵਿੱਚ ਬੈਠੇ ਆ। ਮੈਂ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੀ, ਪਰ ਉਹ ਮੈਨੂੰ ਕੁਝ ਨਾ ਦੱਸਦੇ। ਇੱਕ ਦਿਨ ਕਤਰ ਤੋਂ ਉਹਨਾਂ ਦੇ ਦੋਸਤ ਦਾ ਫੋਨ ਆਇਆ। ਉਹਨਾਂ ਨੇ ਦੱਸਿਆ ਕਿ ਤੇਰੀ ਫਿਰ ਤੋਂ ਨੌਕਰੀ ਲੱਗ ਗਈ, ਤੂੰ ਇੱਥੇ ਆ ਸਕਦਾ। ਇਹ ਸੁਣ ਕੇ ਅਨੂਪ ਬੜੇ ਹੀ ਖੁਸ਼ ਹੋਏ। ਮੈਂ ਵੀ ਸੋਚਿਆ ਜੋ ਇਨਸਾਨ ਅੱਜ ਤੱਕ ਬੋਲ ਨਹੀਂ ਰਿਹਾ ਸੀ ਉਹ ਇੰਨਾ ਖੁਸ਼ ਕਿਵੇਂ ਹੋ ਸਕਦਾ? ਕਿਤੇ ਇਸ ਦਾ ਕਤਰ ਵਿੱਚ ਦੂਜਾ ਵਿਆਹ ਤਾਂ ਨਹੀਂ ਕਰਵਾਇਆ ਹੋਇਆ? ਵਰਨਾ ਘਰ ਵਾਲਿਆਂ ਤੋਂ ਦੂਰ ਹੋਣ ਦੀ ਖੁਸ਼ੀ ਇੰਨੀ ਕਿਸ ਨੂੰ ਹੋ ਸਕਦੀ ਆ? ਮੇਰਾ ਦਿਲ ਧੜਕ ਰਿਹਾ ਸੀ। ਫਿਰ ਖਿਆਲ ਆਇਆ ਕਿ ਜੇ ਦੂਜੀ ਪਤਨੀ ਹੁੰਦੀ ਤਾਂ ਉਹਨਾਂ ਦਾ ਇਸ ਹਾਲਤ ਵਿੱਚ ਪਤਾ ਜ਼ਰੂਰ ਲੈਂਦੀ, ਤਾਂ ਜੋ ਉਹ ਦਿਨ ਵੀ ਆ ਗਿਆ ਜਦੋਂ ਮੇਰੇ ਪਤੀ ਨੂੰ ਸਾਰਾ ਕੁਝ ਛੱਡ ਕੇ ਪਰਦੇਸ ਜਾਣਾ ਪਿਆ। ਮੈਂ ਇੱਕ ਵਾਰ ਫਿਰ ਤੋਂ ਇਕੱਲੀ ਰਹਿ ਗਈ ਤੇ ਉਹਨਾਂ ਨਾਲ ਫੋਨ ਤੇ ਕਦੇ-ਕਦੇ ਗੱਲ ਕਰਦੀ, ਪਰ ਉਸ ਬਾਰੇ ਕਦੇ ਗੱਲ ਨਾ ਕਰਦੀ ਜੋ ਡਰ ਮੇਰੇ ਦਿਲ ਵਿੱਚ ਬੈਠਿਆ ਹੋਇਆ ਸੀ। 5-6 ਸਾਲ ਬਾਅਦ ਜਦੋਂ ਉਹ ਫਿਰ ਵਿਦੇਸ਼ ਤੋਂ ਘਰ ਆਏ ਤਾਂ ਸ਼ਾਮ ਨੂੰ ਬੈਠੇ ਚਾਹ ਪੀ ਰਹੇ ਸੀ, ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਸੀ। ਬੈਠੀ ਨੇ ਮੈਂ ਉਹ ਸਾਰੀਆਂ ਗੱਲਾਂ ਛੇੜ ਲਈਆਂ ਕਿ ਕਿਵੇਂ ਮੈਂ ਕਵਿਤਾ ਤੋਂ ਤੁਹਾਡੀ ਜਸੂਸੀ ਕਰਵਾਈ। ਫਿਰ ਸੱਚ ਪਤਾ ਲੱਗਣ ਦੇ ਡਰ ਤੋਂ ਖੁਦ ਹੀ ਚੁੱਪ ਹੋ ਕੇ ਬੈਠ ਗਈ। ਫਿਰ ਉਹ ਮੇਰੀ ਗੱਲ ਸੁਣ ਕੇ ਹੱਸ ਪਏ ਅਤੇ ਬੋਲੇ ਅਫਸੋਸ ਆ ਤੇਰੇ ਤੇ, ਤੂੰ ਆਪਣੀ ਇੰਨੀ ਉਮਰ ਬੇਚੈਨੀ ਤੇ ਬੇਸਕੂਨੀ ਜ਼ਿੰਦਗੀ ਵਿੱਚ ਗੁਜ਼ਾਰ ਦਿੱਤੀ ਜਿਸ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਵਜੂਦ ਹੀ ਨਹੀਂ ਸੀ। ਕਾਸ਼ ਤੂੰ ਉਦੋਂ ਹੀ ਇਹ ਸਭ ਕੁਝ ਮੈਨੂੰ ਪੁੱਛ ਲਿਆ ਹੁੰਦਾ ਤਾਂ ਇਹ ਨੌਬਤ ਹੀ ਨਹੀਂ ਆਉਣੀ ਸੀ ਜਿਸ ਨੇ ਤੇਰੇ ਗਲੇ ਵਿੱਚ ਫਾਂਸੀ ਲਗਾ ਰੱਖੀ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਥੋੜਾ ਹੌਸਲਾ ਹੋਇਆ। ਫਿਰ ਅਨੂਪ ਆਪਣੀਆਂ ਕਤਰ ਦੀਆਂ ਗੱਲਾਂ ਸੁਣਾਉਣ ਲੱਗੇ। ਕਹਿੰਦੇ ਮੈਂ ਕਤਰ ਤੋਂ ਬੇਰੁਜ਼ਗਾਰ ਹੋ ਕੇ ਆਪਣੇ ਦੇਸ਼ ਆਇਆ ਸੀ ਤੇ ਇਹੀ ਸੋਚਦਾ ਰਹਿੰਦਾ ਸੀ ਕਿ ਮੈਂ ਕਿਵੇਂ ਤੇਰੀਆਂ ਖੁਆਇਸ਼ਾਂ ਨੂੰ ਪੂਰਾ ਕਰੂੰਗਾ। ਜਿਹੋ ਜਿਹੀ ਜ਼ਿੰਦਗੀ ਦੀ ਤੂੰ ਪ੍ਰਾਰਥਨਾ ਕਰਦੀ ਸੀ ਉਹ ਜ਼ਿੰਦਗੀ ਕਿਵੇਂ ਦੇਊਂਗਾ? ਇਹੀ ਪਰੇਸ਼ਾਨੀਆਂ ਨੇ ਮੈਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਨੌਕਰੀ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਖਤਮ ਕਰਨ ਦੀ ਚਿੰਤਾ ਲੱਗੀ ਰਹਿੰਦੀ। ਫਿਰ ਇੱਕ ਦਿਨ ਮੈਨੂੰ ਇੱਕ ਆਦਮੀ ਮਿਲਿਆ। ਉਸਨੇ ਦੱਸਿਆ ਮੈਂ ਇੱਕ ਹੋਟਲ ਵਿੱਚ ਕੰਮ ਕਰਦਾ। ਉਹ ਬਹੁਤ ਵੱਡਾ ਹੋਟਲ ਹੈ ਤੇ ਉੱਥੇ ਹਮੇਸ਼ਾ ਵੱਡੀਆਂ ਪਾਰਟੀਆਂ ਹੁੰਦੀਆਂ। ਉੱਥੇ ਲੋਕ ਅਯਾਸ਼ੀ ਕਰਨ ਆਉਂਦੇ ਤੇ ਪੈਸਿਆਂ ਦੀ ਬਾਰਿਸ਼ ਹੁੰਦੀ ਆ। ਬਿਨਾਂ ਸੋਚੇ ਸਮਝੇ ਮੈਂ ਉਸ ਨੂੰ ਕਹਿ ਦਿੱਤਾ ਕਿ ਤੂੰ ਮੈਨੂੰ ਉੱਥੇ ਲੈ ਚੱਲ। ਉਹ ਮੈਨੂੰ ਉੱਥੇ ਲੈ ਗਿਆ ਤੇ ਉੱਥੇ ਜਾ ਕੇ ਮੈਨੇਜਰ ਨੇ ਮੇਰਾ ਸਾਰਾ ਬਾਇਓਡਾਟਾ ਲਿਆ। ਉਸ ਤੋਂ ਬਾਅਦ ਉਸਨੇ ਮੈਨੂੰ ਕਿਹਾ ਤੂੰ ਗਾਣਾ ਗਾ ਲੈਣਾ? ਪਹਿਲਾਂ ਤਾਂ ਮੈਂ ਹੈਰਾਨ ਹੋ ਗਿਆ। ਉਸਨੇ ਮੈਨੂੰ ਕਿਹਾ ਤੇਰੀ ਆਵਾਜ਼ ਇੱਕ ਔਰਤ ਦੀ ਤਰ੍ਹਾਂ ਹੈ,
ਤੂੰ ਜੇ ਇਸ ਆਵਾਜ਼ ਵਿੱਚ ਗਾਣਾ ਗਾਏਗਾ ਤਾਂ ਤੈਨੂੰ ਲੱਖ ਰੁਪਈਆ ਮਹੀਨੇ ਦਾ ਕਮਾ ਲਵੇਂਗਾ। ਉਸ ਨੇ ਮੈਨੂੰ ਆਪਣਾ ਹੁਲੀਆ ਬਦਲਣ ਅਤੇ ਅਮੀਰਜ਼ਾਦਿਆਂ ਦੇ ਅੱਗੇ ਗਾਉਣਾ ਗਾਉਣ ਲਈ ਕਿਹਾ, ਪਰ ਇਹ ਸਭ ਮੇਰੇ ਵੱਸ ਦੀ ਗੱਲ ਨਹੀਂ ਸੀ। ਮੇਰਾ ਜ਼ਮੀਰ ਇਹ ਕਰਨ ਨੂੰ ਇਜਾਜ਼ਤ ਨਹੀਂ ਦੇ ਰਿਹਾ ਸੀ। ਉਸ ਦਿਨ ਮੰਮੀ ਦੀ ਤਬੀਅਤ ਵੀ ਖਰਾਬ ਹੋ ਗਈ ਤੇ ਮੇਰੇ ਕੋਲ ਹੋਰ ਕੋਈ ਕੰਮ ਵੀ ਨਹੀਂ ਸੀ। ਪੈਸਿਆਂ ਦੀ ਖਾਤਰ ਮੈਂ ਇਸ ਕੰਮ ਵਿੱਚ ਲੱਗ ਗਿਆ। ਮੈਨੂੰ ਹਰ ਰਾਤ ਹੁਲੀਆ ਬਦਲ ਕੇ ਅਮੀਰਜ਼ਾਦਿਆਂ ਦੇ ਸਾਹਮਣੇ ਗਾਉਣਾ ਪੈਂਦਾ, ਪਰ ਮੈਂ ਇਹ ਸਭ ਕਰਕੇ ਖੁਸ਼ ਨਹੀਂ ਸੀ। ਵਿੱਚੋਂ ਵਿੱਚ ਮੈਂ ਆਪਣੇ ਕਤਰ ਵਾਲੇ ਦੋਸਤ ਨਾਲ ਵੀ ਗੱਲਬਾਤ ਕਰਦਾ ਰਹਿੰਦਾ। ਉੱਥੇ ਨੌਕਰੀ ਦੇ ਲਈ ਮੈਨੂੰ ਪੈਸਿਆਂ ਦੀ ਵੀ ਜ਼ਰੂਰਤ ਸੀ। ਮੈਂ ਫਿਰ ਵੱਧ ਤੋਂ ਵੱਧ ਰਿਆਜ਼ ਕਰਨ ਲੱਗਾ। ਉਸ ਮੈਨੇਜਰ ਨੇ ਮੈਨੂੰ ਇੱਕ ਦਵਾਈ ਦਿੱਤੀ ਜੋ ਆਵਾਜ਼ ਨੂੰ ਬੜੀ ਹੀ ਸੁਰੀਲੀ ਕਰਦੀ ਸੀ। ਮੈਂ ਉਹ ਦਵਾਈ ਖਾਣ ਲੱਗਿਆ ਤੇ ਮੇਰੀ ਆਵਾਜ਼ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗੀ। ਇੱਕ ਦਿਨ ਕਿਸੇ ਨੂੰ ਪਤਾ ਲੱਗ ਗਿਆ ਕਿ ਮੈਂ ਇੱਕ ਔਰਤ ਨਹੀਂ ਆਦਮੀ ਆ। ਉਹਨਾਂ ਨੇ ਮੇਰਾ ਪਿੱਛਾ ਕੀਤਾ ਤੇ ਮੇਰੇ ਵਿੱਚ ਗੱਡੀ ਆ ਮਾਰੀ। ਉਸ ਤੋਂ ਬਾਅਦ ਤਾਂ ਤੈਨੂੰ ਪਤਾ ਹੀ ਆ ਮੇਰੇ ਨਾਲ ਕੀ ਕੀ ਹੋਇਆ। ਉਦੋਂ ਮੈਂ ਰੱਬ ਅੱਗੇ ਇਹੀ ਅਰਦਾਸ ਕਰਦਾ ਕਿ ਮੈਨੂੰ ਇੱਕ ਵਧੀਆ ਇੱਜ਼ਤ ਵਾਲੀ ਨੌਕਰੀ ਮਿਲ ਜਾਵੇ ਅਤੇ ਮੈਂ ਆਪਣੇ ਪਰਿਵਾਰ ਦਾ ਪੇਟ ਪਾਲ ਸਕਾਂ। ਫਿਰ ਰੱਬ ਨੇ ਮੇਰੀ ਪ੍ਰਾਰਥਨਾ ਸੁਣ ਲਈ ਤੇ ਮੈਨੂੰ ਇੱਕ ਨੌਕਰੀ ਮਿਲ ਗਈ। ਫਿਰ ਅਨੂਪ ਨੇ ਮੇਰੇ ਵੱਲ ਦੇਖਿਆ। ਮੇਰੀਆਂ ਅੱਖਾਂ ਵਿੱਚ ਹੰਝੂ, ਸ਼ਰਮਿੰਦਗੀ ਅਤੇ ਪਛਤਾਵਾ ਕਿ ਮੈਂ ਆਪਣੀ ਜ਼ਿੰਦਗੀ ਦੇ ਇੰਨੇ ਕੀਮਤੀ ਸਾਲ ਆਪਣੀ ਗਲਤਫਹਿਮੀਆਂ ਵਿੱਚ ਹੀ ਲੰਘਾ ਦਿੱਤੇ। ਜੇ ਇਹ ਸਭ ਪਾਸੇ ਨਾ ਲੱਗਦੀ ਤਾਂ ਜ਼ਿੰਦਗੀ ਕਿੰਨੀ ਖੁਸ਼ਨੁਮਾ ਹੁੰਦੀ। ਅਖੀਰ ਵਿੱਚ ਇਹੀ ਕਹਾਂਗੀ ਕਿ ਆਪਣੀਆਂ ਗਲਤਫਹਿਮੀਆਂ ਆਪਣੇ ਅੰਦਰ ਦਬਾ ਕੇ ਨਾ ਰੱਖੋ। ਉਸ ਨੂੰ ਉਸ ਇਨਸਾਨ ਨਾਲ ਵੀ ਸਾਂਝਾ ਕਰੋ ਜਿਸ ਨਾਲ ਤੁਹਾਨੂੰ ਗਲਤਫਹਿਮੀ ਲੱਗਦੀ ਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।